ਹੈਲੋ ਫਰੈਂਡਸ, ਵੈਲਕਮ ਟੂ ਮਾਈ ਚੈਨਲ ਈਕੋ ਟਿਊਟਰ। ਪਿਛਲੀ ਵੀਡੀਓ ਦੇ ਵਿੱਚ ਆਪਾਂ ਨੇ ਫਰਸਟ ਚੈਪਟਰ ਜੋ ਇਕਨੋਮਿਕਸ ਦਾ ਸੀਗਾ ਬੇਸਿਕ ਕਨਸੈਪਟ ਉਹ ਕਵਰ ਕੀਤਾ ਸੀ, ਉਹਦੇ ਕੁਐਸਚਨ ਆਨਸਰ ਨੂੰ ਵੀ ਡਿਸਕਸ ਕੀਤਾ ਸੀਗਾ। ਆਈ ਹੋਪ ਤੁਹਾਨੂੰ ਉਹ ਵੀਡੀਓ ਬਿਲਕੁਲ ਸਮਝ ਲੱਗ ਗਈ ਹੋਊਗੀ, ਤੁਹਾਨੂੰ ਪੂਰਾ ਕਨਸੈਪਟ ਕਲੀਅਰ ਹੋ ਗਿਆ ਹੋਊਗਾ। ਇਸ ਵੀਡੀਓ ਦੇ ਵਿੱਚ ਆਪਾਂ ਸੈਕੰਡ ਚੈਪਟਰ ਪੜਾਂਗੇ ਜੋ ਕਿ ਹੈ ਇਨਫਰਾਸਟ੍ਰਕਚਰ ਆਫ ਦੀ ਇੰਡੀਅਨ ਇਕਨੋਮੀ, ਭਾਰਤੀ ਅਰਥ ਵਿਵਸਥਾ ਦੀ ਆਧਾਰਿਕ ਸੰਰਚਨਾ ਕੀ ਹੁੰਦੀ ਹੈ। ਠੀਕ ਹੈ ਜੀ, ਇਹਦੇ ਵਿੱਚ ਇਹ ਪੜਾਂਗੇ। ਤਾਂ ਸਭ ਤੋਂ ਪਹਿਲਾਂ ਜਿਵੇਂ ਤੁਹਾਨੂੰ ਪਤਾ ਹੈ ਕਿ ਆਪਾਂ ਲੈਸਨ ਡਿਸਕਸ ਕਰਦੇ ਹੁੰਦੇ ਆ, ਇਸ ਲਈ ਪਹਿਲਾਂ ਆਪਾਂ ਲੈਸਨ ਪੜਾਂਗੇ, ਫਿਰ ਆਪਾਂ ਸ਼ਾਰਟ क्वेश्चन आंसर, फिर आप लॉन्ग क्वेश्चन आंसर ਨੂੰ डिस्कस करांगे। तो चलो बिना टाइम वेस्ट किए आप वीडियो ਨੂੰ स्टार्ट करते हो। और प्लीज़ अगर जे ਤੁਹਾਨੂੰ ਇਹ ਵੀਡੀਓ ਹੈਲਪਫੁਲ ਹੋਊਗੀ ਤਾਂ प्लीज़ लाइक एंड शेयर सबसक्राइब ਜ਼ਰੂਰ ਕਰਿਓ, ਆਪਣੇ ਦੋਸਤਾਂ ਨਾਲ ਵੀ ਸ਼ੇਅਰ ਕਰਿਓ। तो चलो वीडियो ਨੂੰ स्टार्ट करते हैं। सब तो पहले आप इंट्रोड्यूस करते हैं भी ਲੈਸਨ ਦੇ ਵਿੱਚ ਆਪਾਂ ਕੀ ਪੜਾਂਗੇ और किस ਲਈ ਪੜਾਂਗੇ। ठीक है जी, ਹਰ ਇੱਕ ਮਨੁੱਖ ਇੱਕ ਉਪਭੋਗਤਾ ਤਾਂ ਪਤਾ ਹੀ ਆ ਕਿਹੜੇ ਹੁੰਦੇ ਨੇ, ਜੋ ਵਸਤੂਆਂ ਨੂੰ ਪ੍ਰਯੋਗ ਕਰਦੇ ਨੇ। ਠੀਕ ਹੈ, ਜੋ ਵਸਤੂਆਂ ਨੂੰ ਖਰੀਦਦੇ ਨੇ ਉਹ ਉਪਭੋਗਤਾ ਹੁੰਦੇ ਨੇ। ਠੀਕ ਹੈ ਜੀ, ਜਿਹਦੇ ਤੋਂ ਉਹ ਵਸਤੂਆਂ ਨੂੰ ਵਰਤ ਕੇ ਸੰਤੁਸ਼ਟੀ ਪ੍ਰਾਪਤ ਕਰਦੇ ਨੇ। ਠੀਕ ਹੈ ਜੀ, ਔਰ ਉਤਪਾਦਕ ਕਿਹੜੇ ਹੁੰਦੇ ਨੇ, ਜੋ ਵਸਤੂਆਂ ਔਰ ਸੇਵਾਵਾਂ ਨੂੰ ਪ੍ਰੋਡਿਊਸ ਕਰਦੇ ਹੁੰਦੇ ਨੇ। ਠੀਕ ਹੈ, ਹਰ ਇੱਕ ਮਨੁੱਖ ਇੱਕ ਉਪਭੋਗਤਾ ਤੇ ਉਤਪਾਦਕ ਦੇ ਰੂਪ ਵਿੱਚ ਆਪਣੀਆਂ ਲੋੜਾਂ ਦੀ ਸੰਤੁਸ਼ਟੀ ਕਰਨ ਲਈ ਕੇਵਲ ਵਸਤੂਆਂ ਦੀ ਮੰਗ ਹੀ ਨਹੀਂ ਕਰਦਾ ਬਲਕਿ ਸੇਵਾਵਾਂ ਦੀ ਮੰਗ ਵੀ ਕਰਦਾ ਹੈ। ਠੀਕ ਹੈ ਜੀ, ਕਦੇ ਵੀ ਆਪਾਂ ਦੇਖਿਆ ਹੋਊਗਾ ਕਿ ਇਕੱਲੀਆਂ ਵਸਤੂਆਂ ਨਾਲ ਆਪਾਂ ਕੰਮ ਸਰ ਸਕਦਾ ਹੈਗਾ, ਨਹੀਂ ਸਰ ਸਕਦਾ। ਆਪਾਂ ਨੂੰ ਸੇਵਾਵਾਂ ਦੀ ਵੀ ਜ਼ਰੂਰਤ ਪੈ। ਹੁਣ ਕਹੋਗੇ ਸੇਵਾਵਾਂ ਕਿਵੇਂ, ਕਿ ਆਪਾਂ ਕਿਸੇ ਦੇ ਘਰ ਜਾ ਕੇ ਉਹਦੀ ਨੌਕਰ ਦੀ ਤਰ੍ਹਾਂ ਆਪਾਂ ਉਹਦੀ ਸੇਵਾ ਕਰਦੇ, ਕੱਪੜੇ ਲੀੜਾ ਔਰ ਬਰਤਨ ਵਗੈਰਾ ਤੋਂ ਨਹੀਂ, ਇਹ ਸੇਵਾ ਹੁੰਦੀ ਹੈ? ਨਹੀਂ, ਇਹ ਸੇਵਾ ਨਹੀਂ। ਇਹਦੇ ਵਿੱਚ ਇਕਨੋਮਿਕਸ ਦੇ ਵਿੱਚ ਸੇਵਾ ਤੋਂ ਮਤਲਬ ਹੈ ਕਿ ਜੇ ਮੰਨ ਲਓ ਟੈਲੀਫੋਨ ਸੇਵਾ, ਸੰਚਾਰ ਸੇਵਾ ਕਹਿ ਸਕਦੇ ਹਾਂ, ਸੰਚਾਰ ਸੇਵਾ। ਠੀਕ ਹੈ ਜੀ, ਇੱਥੋਂ ਜਿਹੜੀ ਉਸ ਤੋਂ ਬਾਅਦ ਦਿੱਲੀ ਤੋਂ ਮੁੰਬਈ ਜਾਣਾ, ਮੁੰਬਈ ਤੋਂ ਆਗਰਾ ਜਾਣਾ। ਠੀਕ ਹੈ ਜੀ, ਇਹ ਕਿਹਦੇ ਦੁਆਰਾ ਜਾਂਦੇ, ਰੇਲ ਗਾੜੀ ਦੁਆਰਾ ਜਾਂਦੇ ਆ ਜਾਂ ਹਵਾਈ ਜਹਾਜ਼ ਦੁਆਰਾ ਜਾਂਦੇ ਆ। ਤੇ ਇਹ ਸੇਵਾਵਾਂ ਨੇ, ਇਹ ਆਪਾਂ ਨੂੰ ਵਸਤੂ ਤਾਂ ਨਹੀਂ ਪ੍ਰੋਵਾਈਡ ਕਰਦੇ, ਇਹ ਆਪਾਂ ਨੂੰ ਕੀ ਕਰਦੇ ਨੇ, ਮਦਦ ਕਰਦੇ ਨੇ, ਸਹੂਲੀਅਤ ਪ੍ਰਦਾਨ ਕਰਦੇ ਨੇ ਇੱਕ ਥਾਂ ਤੋਂ ਦੂਸਰੀ ਥਾਂ ਦੇ ਵਿੱਚ ਜਾਣ ਤੱਕ। ਔਰ ਟੈਲੀਫੋਨ ਮਦਦ ਕਰਦੇ ਨੇ ਇੱਕ ਵਿਅਕਤੀ ਤੋਂ ਦੂਸਰੇ ਵਿਅਕਤੀ ਨਾਲ ਗੱਲ ਕਰਨ ਦੇ ਵਿੱਚ। ਹੋਰ ਵੀ ਕਈ ਸੇਵਾਵਾਂ ਹੋ ਸਕਦੀਆਂ ਨੇ। ਠੀਕ ਹੈ ਜੀ, ਬਿਜਲੀ ਸੇਵਾਵਾਂ ਹੋ ਸਕਦੀਆਂ ਨੇ। ਠੀਕ ਹੈ ਜੀ, ਔਰ ਕਈ ਵੀ ਪ੍ਰਕਾਰ ਦੀਆਂ ਸੇਵਾਵਾਂ ਹੋ ਸਕਦੀਆਂ ਨੇ ਆਵਾਜਾਈ ਦੇ ਨਾਲ ਰਿਲੇਟਡ। ਠੀਕ ਹੈ ਜੀ, ਇਹ ਹੁੰਦੀਆਂ ਨੇ ਸੇਵਾਵਾਂ। ਇਸ ਕਰਕੇ ਕੀ ਆ, ਵਸਤੂ ਦੇ ਨਾਲ ਨਾਲ ਸੇਵਾਵਾਂ ਦੀ ਵੀ ਜ਼ਰੂਰਤ ਪੈਂਦੀ ਹੁੰਦੀ ਆ। ਤੇ ਇਹ ਮੰਗ ਕੌਣ ਕਰਦਾ ਹੈਗਾ, ਉਪਭੋਗਤਾ ਤੇ ਉਤਪਾਦਨ। ਜੋ ਉਪਭੋਗਤਾ ਹੁੰਦਾ ਕੰਜ਼ਿਊਮਰ ਹੁੰਦਾ, ਔਰ ਜੋ ਪ੍ਰੋਡਕਸ਼ਨ ਕਰਨ ਵਾਲਾ ਵਿਅਕਤੀ ਹੁੰਦਾ, ਇਹ ਦੋਨੋਂ ਮੰਗ ਕਰਦੇ ਹੁੰਦੇ ਨੇ ਕਿਹਦੀ, ਸੇਵਾਵਾਂ ਦੀ। ਠੀਕ ਹੈ ਜੀ, ਉਦਾਹਰਨ ਵਜੋਂ ਇੱਕ ਉਪਭੋਗਤਾ ਸਿਰਫ ਰੋਟੀ, ਕੱਪੜਾ, ਮਕਾਨ, ਰੇਡੀਓ ਜਾਂ ਫ੍ਰਿਜ ਦੀ ਹੀ ਮੰਗ ਨਹੀਂ ਕਰਦਾ। ਯਾਨੀ ਕਿ ਇੱਕ ਜਿਹੜਾ ਉਪਭੋਗਤਾ, ਯਾਨੀ ਕਿ ਜਿਹੜਾ ਉਪਭੋਗੀ ਹੈ, ਉਹ ਕੀ ਸਿਰਫ ਇਹ ਚੀਜ਼ਾਂ ਦੀ ਮੰਗ ਨਹੀਂ ਕਰਦਾ ਬਲਕਿ ਉਹ ਸਿੱਖਿਆ ਅਤੇ ਸਿਹਤ ਸੰਬੰਧੀ ਯਾਤਾਯਾਤ ਸੇਵਾਵਾਂ ਦੀ ਵੀ ਮੰਗ ਕਰਦਾ। ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀਗਾ, ਸੇਵਾਵਾਂ ਯਾਤਾਯਾਤ ਸੰਚਾਰ ਤੋਂ ਇਲਾਵਾ ਹੋਰ ਵੀ ਕਈ ਸਿੱਖਿਆ ਸੇਵਾਵਾਂ ਹੋ ਸਕਦੀਆਂ ਨੇ, ਬੈਂਕਿੰਗ ਸੇਵਾਵਾਂ ਹੋ ਸਕਦੀਆਂ ਨੇ। ਠੀਕ ਹੈ ਜੀ, ਇਹ ਸਾਰੀਆਂ ਸੇਵਾਵਾਂ ਨੇ, ਇਹਨਾਂ ਦੀ ਵੀ ਮੰਗ ਕਰਦਾ। ਨਾਲ ਦੇ ਨਾਲ ਤੁਹਾਨੂੰ ਦੇਖਿਆ ਹੋਊਗਾ ਕਿ ਇਹਨਾਂ ਚੀਜ਼ਾਂ ਤੋਂ ਇਲਾਵਾ ਆਪਾਂ ਨੂੰ ਸਿੱਖਿਆ ਦੀ ਵੀ ਜ਼ਰੂਰਤ ਹੁੰਦੀ ਹੈ, ਯਾਤਾਯਾਤ ਦੇ ਟਰਾਂਸਪੋਰਟ ਦੀ ਜ਼ਰੂਰਤ ਹੁੰਦੀ ਹੈ, ਹੋਰ ਵੀ ਕੀ ਸਿੱਖਿਆ ਦੀ ਜ਼ਰੂਰਤ ਹੁੰਦੀ ਹੈ, ਸਿਹਤ ਸੇਵਾਵਾਂ ਦੀ ਜ਼ਰੂਰਤ ਹੁੰਦੀ ਹੈ, ਡਾਕਟਰੀ ਦੀ ਜ਼ਰੂਰਤ ਹੁੰਦੀ ਹੈ। ਠੀਕ ਹੈ ਜੀ, ਇਹਨਾਂ ਨੂੰ ਉਪਭੋਗਤਾ ਸੇਵਾਵਾਂ ਕਿਹਾ ਜਾਂਦਾ। ਤੇ ਜਿਹੜੀਆਂ ਸੇਵਾਵਾਂ ਮਿਲਦੀਆਂ ਨੇ ਉਪਭੋਗਤਾ ਸੇਵਾ, ਕਿਉਂਕਿ ਉਪਭੋਗਤਾ ਨੂੰ ਇਹਦੀ ਜ਼ਰੂਰਤ ਹੁੰਦੀ ਹੈ ਤਾਂ ਨਾਮ ਰੱਖ ਦਿੱਤਾ ਉਪਭੋਗਤਾ ਸੇਵਾਵਾਂ। ਠੀਕ ਹੈ ਜੀ, ਇਸੇ ਤਰ੍ਹਾਂ ਇੱਕ ਉਤਪਾਦਕ ਨੂੰ ਕੱਚਾ ਮਾਲ ਹੁਣ ਦੇਖੋ, ਇਹ ਤਾਂ ਸੀਗੀ ਉਪਭੋਗਤਾ ਨੂੰ ਪ੍ਰਯੋਗ ਹੋਣ ਵਾਲੀਆਂ। ਹੁਣ ਉੱਪਰ ਆਪਾਂ ਨੇ ਪੜ੍ਹਿਆ ਸੀਗਾ ਕਿ ਉਤਪਾਦਕ ਨੂੰ ਵੀ ਜ਼ਰੂਰਤ ਪੈਂਦੀ ਹੁੰਦੀ ਹੈ। ਤਾਂ ਉਹ ਦੇਖੋ ਕਿਵੇਂ ਉਤਪਾਦਕ ਨੂੰ ਸੇਵਾਵਾਂ ਕਿਸ ਰੂਪ ਵਿੱਚ ਪ੍ਰਾਪਤ ਹੁੰਦੀਆਂ, ਤੇ ਉਸ ਨੂੰ ਜਿਹੜੀ ਸੇਵਾਵਾਂ ਪ੍ਰਾਪਤ ਹੁੰਦੀਆਂ ਨੇ ਉਸ ਨੂੰ ਕੀ ਨਾਂ ਨਾਲ ਜਾਣਦੇ ਆ। ਜਿਵੇਂ ਕਿ ਉਪਭੋਗਤਾ ਨੂੰ ਇਹ ਸੇਵਾਵਾਂ ਮਿਲਦੀ ਆ ਤਾਂ ਆਪਾਂ ਨੇ ਕਹਿਤਾ ਉਪਭੋਗਤਾ ਸੇਵਾਵਾਂ। ਤੇ ਜੇ ਇਹ ਉਤਪਾਦਕ ਨੂੰ ਮਿਲੂਗੀ ਤਾਂ ਉਹਨੂੰ ਆਪਾਂ ਕੀ ਕਵਾਂਗੇ, ਉਹ ਕਿਹੜੀ ਸੇਵਾ ਮੰਨੀ ਜਾਊਗੀ, ਉਹ ਡਿਸਕਸ ਕਰਾਂਗੇ। ਇਸੇ ਤਰ੍ਹਾਂ ਇੱਕ ਉਤਪਾਦਕ ਨੂੰ ਕੱਚਾ ਮਾਲ ਕਾਰਖਾਨੇ ਤੱਕ ਪਹੁੰਚਾਉਣ ਲਈ ਅਤੇ ਤਿਆਰ ਮਾਲ ਨੂੰ ਕਾਰਖਾਨੇ ਤੋਂ ਬਾਜ਼ਾਰ ਤੱਕ ਪਹੁੰਚਾਉਣ ਲਈ ਢੋਆ ਢੁਆਈ ਦੀ ਸੇਵਾਵਾਂ, ਮਸ਼ੀਨ ਚਲਾਉਣ ਲਈ ਬਿਜਲੀ, ਖੇਤਾਂ ਨੂੰ ਪਾਣੀ ਦੇਣ ਲਈ ਸਿੰਜਾਈ, ਮਜ਼ਦੂਰਾਂ ਦੀ ਕਾਰਜਕੁਸ਼ਲਤਾ ਵਧਾਉਣ ਲਈ ਸਿੱਖਿਆ ਤੇ ਸਿਹਤ ਨਾਲ ਸੰਬੰਧਿਤ ਸੇਵਾਵਾਂ ਦੀ ਜ਼ਰੂਰਤ ਹੁੰਦੀ ਹੈ। ਜ਼ਰੂਰਤ ਤਾਂ ਉਪਭੋਗਤਾ ਨੂੰ ਇਹ ਸਭ ਚੀਜ਼ਾਂ ਦੀ ਹੁੰਦੀ ਹੈ, ਪਰ ਇੱਕ ਅਲੱਗ ਤਰੀਕੇ ਨਾਲ ਜ਼ਰੂਰਤ ਹੁੰਦੀ ਹੈ। ਦੇਖੋ ਕਿਵੇਂ, ਦੇਖੋ ਜਿਹੜਾ ਹੁਣ ਪ੍ਰੋਡਿਊਸਰ ਹੈ ਉਹ ਕੀ ਕਰੂਗਾ, ਉਹਨੂੰ ਕੱਚੇ ਮਾਲ ਦੀ ਜ਼ਰੂਰਤ ਹੈ। ਠੀਕ ਹੈ, ਕੱਚੇ ਮਾਲ ਦੀ ਜ਼ਰੂਰਤ ਹੈ ਤਾਂ ਉਹ ਕੱਚਾ ਮਾਲ ਜੇ ਮੰਨ ਲਓ ਉਹਨੇ ਮੰਗਾਣਾ ਹੈ, ਚੇਨਈ ਤੋਂ ਮੰਗਾਣਾ, ਜਾਪਾਨ ਤੋਂ ਮੰਗਾਣਾ ਜਾਂ ਕਿੱਥੋਂ ਦੇ ਵੀ ਮੰਗਾਣਾ, ਤਾਂ ਉਹ ਕੀ ਕਰੂਗਾ, ਟਰਾਂਸਪੋਰਟ ਦੀ ਹੈਲਪ ਲਊਗਾ। ਠੀਕ ਹੈ, ਆਵਾਜਾਈ ਦੇ ਸਾਧਨਾਂ ਦੁਆਰਾ ਜਿਹੜਾ ਮਾਲ ਹੈ ਉਹ ਆਪਣੇ ਤੱਕ ਮੰਗਵਾਊਗਾ। ਠੀਕ ਹੈ ਜੀ,
ਤੇ ਦੂਸਰਾ ਮਸ਼ੀਨ ਚਲਾਉਣ ਦੇ ਲਈ ਉਹਨੂੰ ਬਿਜਲੀ ਦੀ ਜ਼ਰੂਰਤ ਪੈਂਦੀ ਹੈ। ਹੁਣ ਜਿਹੜੇ ਉਹਦੇ ਵਿੱਚ ਫੈਕਟਰੀ ਦੇ ਵਿੱਚ ਜਿਹੜੀ ਮਸ਼ੀਨਾਂ ਲੱਗੀਆਂ ਹੋਣਗੀਆਂ ਉਹਨੂੰ ਚਲਾਉਣ ਲਈ ਬਿਜਲੀ ਦੀ ਜ਼ਰੂਰਤ ਵੀ ਚਾਹੀਦੀ ਹੈ। ਉਹਨੂੰ ਖੇਤ ਦੇ ਵਿੱਚ ਪਾਣੀ ਦੇਣਾ ਆ, ਸਿੰਜਾਈ ਕਰਨੀ ਆ, ਤਦ ਮਸ਼ੀਨ ਨੂੰ ਚਲਾਉਣ ਦੇ ਲਈ ਮੋਟਰ ਨੂੰ ਚਲਾਉਣ ਲਈ ਬਿਜਲੀ ਦੀ ਜ਼ਰੂਰਤ ਪੈਂਦੀ ਆ। ਮਜ਼ਦੂਰ ਦੀ ਕਾਰਜਕੁਸ਼ਲਤਾ ਨੂੰ ਵਧਾਉਣ ਦੇ ਲਈ ਹੁਣ ਦੇਖੋ ਜੇ ਉਹ ਚਾਹੁੰਦਾ ਗਾ ਕਿ ਜਿਹੜੇ ਉਹਦੇ ਫੈਕਟਰੀ ਦੇ ਵਿੱਚ ਮਜ਼ਦੂਰ ਕੰਮ ਕਰਦੇ ਨੇ ਨਾ ਤਾਂ ਉਹ ਵਧੀਆ ਤਰੀਕੇ ਨਾਲ ਕੰਮ ਕਰ ਸਕਣ, ਤਾਂ ਹੁਣ ਵਧੀਆ ਤਰੀਕੇ ਨਾਲ ਕੰਮ ਕਰਨ ਦੇ ਲਈ ਉਹਨਾਂ ਨੂੰ ਕੀ ਪੜ੍ਹੇ ਲਿਖੇ ਐਜੂਕੇਟ ਹੋਣਾ ਜ਼ਰੂਰੀ ਆ। ਤਾਂ ਉਹ ਐਜੂਕੇਟ ਰਹਿਣਗੇ ਤਾਂ ਉਹਨਾਂ ਦੀ ਜਿਹੜੀ ਕੈਪੈਸਿਟੀ ਆ ਕੰਮ ਕਰਨ ਦੀ ਜਾਂ ਫਿਰ ਉਹ ਕੰਮ ਨੂੰ ਹੋਰ ਵੀ ਪਰਫੈਕਟਲੀ ਤਰੀਕੇ ਨਾਲ ਕੀ ਕਰ ਪਾਉਣਗੇ ਤਾਂ ਉਹਨੂੰ ਕੀ ਹੈ ਸਿੱਖਿਆ ਦੀ ਜ਼ਰੂਰਤ ਪੈਂਦੀ ਆ। ਠੀਕ ਹੈ, ਸਿਹਤ ਨਾਲ ਜੇ ਉਹਦੇ ਜੋ EMPLOYEES ਨੇ ਉਹ ਸਿਹਤਮੰਦ ਰਹਿਣਗੇ ਔਰ ਖੁਦ ਉਹ ਸਿਹਤਮੰਦ ਰਹੂਗਾ ਤਾਂ ਉਹਦੇ ਲਈ ਉਹਨੂੰ ਕੀ ਪਊਗੀ, ਸਿਹਤ ਸੇਵਾਵਾਂ ਦੀ ਜ਼ਰੂਰਤ ਪਊਗੀ। ਤਾਂ ਜ਼ਰੂਰਤ ਤਾਂ ਇੱਕ ਤਰ੍ਹਾਂ ਨਾਲ ਇਹ ਸਭ ਚੀਜ਼ਾਂ ਦੀ ਉਪਭੋਗਤਾ ਨੂੰ ਹੁੰਦੀ ਹੈ, ਪਰ ਇੱਕ ਅਗਰ ਦੂਸਰੇ ਰੂਪ ਦੇ ਵਿੱਚ ਜਿਹੜੇ ਜੋ ਉਤਪਾਦਕ ਹੁੰਦਾ ਗਾ ਉਹਨੂੰ ਵੀ ਜ਼ਰੂਰਤ ਪੈਂਦੀ ਹੁੰਦੀ ਹੈ। ਠੀਕ ਹੈ ਜੀ, ਹੁਣ ਦੱਸਦਾ ਉਤਪਾਦਕ ਨੂੰ ਕਿਵੇਂ ਇਹ ਚੀਜ਼ਾਂ ਦੀ ਜ਼ਰੂਰਤ ਪੈਂਦੀ ਹੈ। ਠੀਕ ਹੈ ਜੀ, ਇਹਨਾਂ ਸੇਵਾਵਾਂ ਨੂੰ ਉਤਪਾਦਕ ਸੇਵਾਵਾਂ ਜਾਂ ਇਨਪੁਟ ਕਿਹਾ ਜਾਂਦਾ ਹੈ। ਉਪਭੋਗਤਾ ਸੇਵਾਵਾਂ ਦੇ ਵਿੱਚ ਇਹ ਸਾਰੀਆਂ ਸੇਵਾਵਾਂ ਨੇ ਜੋ ਇਹਨਾਂ ਦਾ ਮਤਲਬ ਸਿੱਧਾ ਉਹ ਆਪਣੇ ਲਈ ਪ੍ਰਯੋਗ ਕਰਦਾ ਆ, ਇਹ ਆਪਣੇ ਲਈ ਪ੍ਰਯੋਗ ਕਰਦਾ ਆ ਤਾਂ ਉਪਭੋਗਤਾ ਸੇਵਾਵਾਂ ਇਹ ਉਹ ਆਪਣੇ ਪ੍ਰੋਡਕਸ਼ਨ ਨੂੰ ਵਧਾਉਣ ਦੇ ਲਈ ਇਹ ਕਰਦਾ ਹੁੰਦਾ ਗਾ, ਲਾਭ ਕਮਾਉਣ ਦੇ ਲਈ ਕਰਦਾ ਹੁੰਦਾ ਗਾ। ਠੀਕ ਹੈ, ਤਾਂ ਇਸ ਤਰ੍ਹਾਂ ਦੀ ਜਿਹੜੀ ਸੇਵਾਵਾਂ ਉਤਪਾਦਕ ਨੂੰ ਪ੍ਰਾਪਤ ਹੁੰਦੀਆਂ ਨੇ ਤਾਂ ਉਹਨੂੰ ਆਪਾਂ ਉਤਪਾਦਕ ਸੇਵਾਵਾਂ ਕਿਹਾ ਜਾਂਦਾ ਗਾ। ਠੀਕ ਹੈ ਜੀ, ਜਾਂ ਇਨਪੁਟ ਸਰਵਿਸਿਜ਼ ਕਿਹਾ ਜਾ ਸਕਦਾ, ਇਨਪੁਟ ਸਰਵਿਸਿਜ਼ ਕਹਿ ਸਕਦੇ ਹਾਂ ਜਾਂ ਉਤਪਾਦਕ ਸੇਵਾਵਾਂ ਕਹਿ ਸਕਦੇ ਹਾਂ। ਉਤਪਾਦਕ ਸੇਵਾਵਾਂ ਤੇ ਉਪਭੋਗਤਾ ਸੇਵਾਵਾਂ ਨੂੰ ਪ੍ਰਦਾਨ ਕਰਨ ਲਈ ਕੁਝ ਸਹੂਲਤਾਂ ਜਿਵੇਂ ਬਿਜਲੀ ਘਰ, ਸੜਕਾਂ, ਬੱਸਾਂ, ਹਸਪਤਾਲਾਂ ਤੇ ਸਕੂਲਾਂ ਦਾ ਨਿਰਮਾਣ ਕਰਨਾ ਪੈਂਦਾ ਹੈ। ਹੁਣ ਕੀ ਕਹਿੰਦੇ ਜਿਹੜੇ ਉਤਪਾਦਕ ਹੁੰਦੇ ਨੇ ਉਸ ਉਤਪਾਦਕ ਸੇਵਾਵਾਂ ਤੇ ਉਪਭੋਗਤਾ ਸੇਵਾਵਾਂ ਨੂੰ ਪ੍ਰਦਾਨ ਕਰਨ ਲਈ ਜਿਹੜੇ ਉਤਪਾਦਕ ਸੇਵਾਵਾਂ ਜਿਹੜੀਆਂ ਉੱਪਰ ਪੜੀਆਂ ਨੇ ਔਰ ਜਿਹੜੀ ਉਪਭੋਗਤਾ ਸੇਵਾਵਾਂ ਜਿਹੜੀਆਂ ਆਪਾਂ ਨੇ ਉਹ ਡਿਸਕਸ ਕੀਤੀਆਂ ਸੀਗੀਆਂ। ਹਾਂ ਠੀਕ ਹੈ ਜੀ, ਇਹਨਾਂ ਨੂੰ ਪ੍ਰਦਾਨ ਕਰਨ ਲਈ ਕੀ ਕਰਨਾ ਪੈਂਦਾ ਗਾ, ਕੁਝ ਸਹੂਲਤਾਂ। ਕਿਹੜੀ ਸਹੂਲਤਾਂ, ਜਿਵੇਂ ਬਿਜਲੀ ਪ੍ਰਾਪਤ ਕਰਨ ਲਈ ਬਿਜਲੀ ਘਰ ਤਾਂ ਹੋਣੀ ਚਾਹੀਦੀ ਹੈ ਨਾ। ਸੜਕ ਵੀ ਬਣਾਉਣਾ ਚਾਹੀਦਾ ਟਰਾਂਸਪੋਰਟ ਦੇ ਲਈ ਤਾਂ ਜੋ ਇੱਕ ਥਾਂ ਤੋਂ ਦੂਜੀ ਥਾਂ ਤੱਕ ਮਾਲ ਪਹੁੰਚਾਇਆ ਜਾ ਸਕੇ ਜਾਂ ਫਿਰ ਕੋਈ ਵਿਅਕਤੀ ਇੱਕ ਥਾਂ ਤੋਂ ਦੂਜੀ ਥਾਂ ਤੱਕ ਜਾ ਸਕੇ। ਠੀਕ ਹੈ ਜੀ, ਬੱਸਾਂ ਨੂੰ ਚਲਾਉਣ ਦੇ ਲਈ ਸੜਕਾਂ ਦੀ ਜ਼ਰੂਰਤ ਪੈਂਦੀ ਹੈ ਤੇ ਸੜਕਾਂ ਤੇ ਚੱਲਣ ਲਈ ਬੱਸ ਦੀ ਜ਼ਰੂਰਤ ਹੁੰਦੀ ਹੈ, ਐਵੇਂ ਸਮਝ ਲਓ। ਠੀਕ ਹੈ ਜੀ, ਹਸਪਤਾਲ ਦੀ ਸਿਹਤ ਸੇਵਾਵਾਂ ਦੀ ਜ਼ਰੂਰਤ ਹੁੰਦੀ ਹੈ। ਠੀਕ ਹੈ, ਸਕੂਲ ਸਿੱਖਿਆ ਦੇ ਲਈ ਜ਼ਰੂਰਤ ਹੁੰਦੀ ਹੈ। ਤੇ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਨਾ ਹੈਗੀਆਂ ਸੇਵਾਵਾਂ ਨੇ। ਇਹ ਪਤਾ ਚੱਲ ਗਿਆ ਕਿਹੜੀ ਸੇਵਾ ਕਰਦੇ ਹੁੰਦੇ ਨੇ, ਉੱਪਰ ਆਪਾਂ ਨੇ ਡਿਸਕਸ ਕਰ ਲਿਆ ਗਾ। ਠੀਕ ਹੈ ਜੀ, ਇਹਨਾਂ ਨੂੰ ਆਪਾਂ ਕੀ ਕਰਦੇ ਆ, ਜਿਹੜੇ ਉਤਪਾਦਕ ਸੇਵਾਵਾਂ ਤੇ ਉਪਭੋਗਤਾ ਸੇਵਾਵਾਂ ਨੂੰ ਪ੍ਰਦਾਨ ਕਰਨ ਦੇ ਲਈ ਕੀ ਕਰਨਾ ਪੈਂਦਾ ਗਾ, ਕੁਝ ਸਹੂਲਤਾਂ ਕਰਨੀਆਂ ਪੈਂਦੀਆਂ ਨੇ, ਨਿਰਮਾਣ ਕਰਨੀਆਂ ਪੈਂਦੀਆਂ ਨੇ। ਠੀਕ ਹੈ ਜੀ, ਉਹ ਕਿਹੜੇ ਹੋ ਗਏ, ਆ ਸਹੂਲਤਾਂ ਹੋ ਗਈਆਂ। ਸੇਵਾਵਾਂ ਦਾ ਉਤਪਾਦਨ ਕਰਨ ਵਾਲੀਆਂ ਇਹ ਸਹੂਲਤਾਂ ਵੀ ਪੂੰਜੀ ਸਟਾਕ ਦਾ ਉਸੇ ਤਰ੍ਹਾਂ ਇੱਕ ਹਿੱਸਾ ਹੈ। ਆਪਾਂ ਨੇ ਪੜ੍ਹਿਆ ਸੀਗਾ ਪੂੰਜੀ ਦੇ ਵਿੱਚ ਹੋਣ ਵਾਲੇ ਵਾਧੇ ਨੂੰ ਨਿਵੇਸ਼ ਕਿਹਾ ਜਾਂਦਾ ਗਾ। ਠੀਕ ਹੈ ਜੀ, ਉਸੇ ਤਰ੍ਹਾਂ ਜਿਹੜਾ ਇਹ ਜੇ ਸੇਵਾਵਾਂ ਦੇ ਵਿੱਚ ਵੀ ਵਾਧਾ ਕਰਾਂਗੇ ਨਾ ਤੇ ਇੱਕ ਤਰ੍ਹਾਂ ਨਾਲ ਇਹ ਵੀ ਕੀ ਨੇ, ਪੂੰਜੀ ਨੇ। ਠੀਕ ਹੈ, ਜਿਸ ਤਰ੍ਹਾਂ ਵਸਤੂਆਂ ਦਾ ਨਿਰਮਾਣ ਕਰਨ ਨਾਲ ਫੈਕਟਰੀ, ਮਸ਼ੀਨਾਂ ਤੇ ਕੱਚਾ ਮਾਲ ਹੁੰਦਾ ਹੈ। ਜਿਵੇਂ ਕਿ ਆਪਾਂ ਕੋਈ ਫੈਕਟਰੀ ਲਗਾਉਂਦੇ ਆ, ਉਹਦੇ ਵਿੱਚ ਕੱਚਾ ਮਾਲ ਮੰਗਾਉਂਦੇ ਆ, ਮਸ਼ੀਨ ਲਗਾਉਂਦੇ ਆ ਤਾਂ ਉਹਦੇ ਵਿੱਚ ਪੂੰਜੀ ਦਾ ਵਾਧਾ ਹੁੰਦਾ ਨਾ, ਕਿਉਂਕਿ ਮਸ਼ੀਨ ਆ ਗਈ, ਕੱਚਾ ਮਾਲ ਆ ਗਿਆ। ਠੀਕ ਹੈ, ਉਸੇ ਤਰ੍ਹਾਂ ਜਦੋਂ ਆਪਾਂ ਕੋਈ ਸੇਵਾ ਸਾਧਨ ਜਿਹੜੇ ਹੈਗੇ ਨੇ, ਆਵਾਜਾਈ ਦੇ ਸਾਧਨ ਜਿਹੜੇ ਹੈਗੇ ਨੇ ਔਰ ਬਿਜਲੀ ਘਰ, ਸੜਕਾਂ, ਪੁੱਲਾਂ, ਠੀਕ ਹੈ, ਇਹਨਾਂ ਦਾ ਨਿਰਮਾਣ ਕਰਦੇ ਆ ਤੇ ਇਹ ਵੀ ਕੀ ਨੇ, ਇਹ ਇੱਕ ਤਰ੍ਹਾਂ ਨਾਲ ਪੂੰਜੀ ਨੇ। ਇਹਨਾਂ ਨਾਲ ਵੀ ਕੀ ਹੁੰਦਾ ਗਾ, ਪ੍ਰੋਡਕਸ਼ਨ ਨੂੰ ਵਧਾਇਆ ਜਾ ਸਕਦਾ ਗਾ। ਠੀਕ ਹੈ ਜੀ, ਹੁਣ ਪੂੰਜੀ ਸਟਾਕ ਦੋ ਪ੍ਰਕਾਰ ਦਾ ਹੁੰਦਾ ਹੈ। ਹੁਣ ਇੱਥੇ ਆਪਾਂ ਪੜ੍ਹਦੇ ਹਾਂ ਕਿ ਪੂੰਜੀ ਸਟਾਕ ਦੋ ਪ੍ਰਕਾਰ ਦਾ ਹੁੰਦਾ ਹੈ। ਠੀਕ ਹੈ ਜੀ, ਇੱਕ ਉਹ ਜੋ ਵਸਤਾਂ ਦਾ ਉਤਪਾਦਨ ਕਰਦਾ ਹੈ। ਹੁਣ ਦੇਖੋ ਪੂੰਜੀ ਸਟਾਕ ਦੋ ਪ੍ਰਕਾਰ ਦਾ ਹੁੰਦਾ ਗਾ। ਪਹਿਲਾ ਕਿਹੜਾ ਆ, ਪਹਿਲਾ ਉਹ ਹੈ ਜੋ ਕੀ ਕਰੂਗਾ, ਵਸਤੂਆਂ ਨੂੰ ਪੈਦਾ ਕਰੂਗਾ, ਜਿਵੇਂ ਕਿ ਫੈਕਟਰੀਆਂ ਜਾਂ ਮਸ਼ੀਨਾਂ। ਦੂਜਾ ਹੁਣ ਫੈਕਟਰੀਆਂ ਤੇ ਮਸ਼ੀਨਾਂ, ਜੇ ਮੰਨ ਲਓ ਫੈਕਟਰੀਆਂ ਦੇ ਵਿੱਚ ਹੈ ਤਾਂ ਫੈਕਟਰੀਆਂ ਦੇ ਵਿੱਚ ਕੀ ਕਰਦਾ, ਇੱਕ ਮਸ਼ੀਨ ਕੀ ਕਰਦੀ ਹੈ, ਕੋਈ ਕੱਪੜਾ ਬਣਾਉਂਦੀ ਹੈ ਜਾਂ ਫਿਰ ਕੋਈ ਬਿਸਕਟ ਬਣਾਉਂਦੀ ਹੈ, ਚੀਨੀ ਬਣਾਉਂਦੀ ਹੈ। ਠੀਕ ਹੈ ਜੀ, ਐਵੇਂ ਕਈ ਚੀਜ਼ਾਂ ਨੂੰ ਕੀ ਕਰਦੀ ਹੈ, ਪ੍ਰੋਡਿਊਸ ਕਰਦੀ ਹੈ। ਤਾਂ ਉਹ ਕਿਹੜੀ ਹੋਗੀ, ਕਿਹੜੀ ਉਹ ਪੂੰਜੀ ਹੋਗੀ, ਵਸਤਾਂ ਨੂੰ ਪੈਦਾ ਕਰਨ ਵਾਲੀ। ਦੂਜੀ ਕਿਹੜੀ ਹੋਗੀ, ਜਿਹੜੀ ਸੇਵਾ ਨੂੰ ਪੈਦਾ ਕਰਦੀ ਹੈ। ਦੂਜੀ ਕਿਹੜੀ ਹੋਗੀ, ਜਿਹੜੀ ਸੇਵਾ ਨੂੰ ਪ੍ਰੋਡਿਊਸ ਕਰਦੀ ਹੈ, ਜਿਵੇਂ ਕਿ ਸੜਕਾਂ, ਬਿਜਲੀ ਘਰ, ਨਹਿਰਾਂ, ਹਸਪਤਾਲ ਆਦਿ ਦਾ ਨਿਰਮਾਣ ਕਰਦੀ ਹੈ। ਠੀਕ ਹੈ ਜੀ, ਹੁਣ ਇੱਥੇ ਆਪਾਂ ਨੇ ਪੜ੍ਹ ਲਿਆ ਪੂੰਜੀ ਕਿੰਨੇ ਪ੍ਰਕਾਰ ਦੀ ਹੁੰਦੀ ਹੈ, ਦੋ ਪ੍ਰਕਾਰ ਦੀ। ਇੱਕ ਤਾਂ ਇੱਥੇ ਆਪਾਂ ਨੇ ਕੀ ਪੜ੍ਹਿਆ, ਪੂੰਜੀ ਸਟਾਕ ਕੀ ਹੈ, ਦੋ ਪ੍ਰਕਾਰ ਦੀ ਹੁੰਦੀ ਹੈ। ਕਿਹੜੀ, ਇੱਕ ਜਿਹੜੀ ਵਸਤੂਆਂ ਨੂੰ ਪ੍ਰੋਡਿਊਸ ਕਰਦੀ ਹੈ ਔਰ ਇੱਕ ਜਿਹੜੀ ਸੇਵਾਵਾਂ ਨੂੰ ਪ੍ਰੋਡਿਊਸ ਕਰਦੀ ਹੈ। ਠੀਕ ਹੈ ਜੀ, ਨੈਕਸਟ ਕੀ ਹੈ, ਆਧਾਰਿਕ ਸੰਰਚਨਾ ਦਾ ਅਰਥ।
ਆਧਾਰਿਕ ਸੰਰਚਨਾ, ਆਧਾਰਿਕ ਮਤਲਬ ਕਿ ਇਨਫਰਾਸਟ੍ਰਕਚਰ, ਠੀਕ ਹੈ ਜੀ। ਇਹ ਕੀ ਹੁੰਦੀ ਹੈ, ਇਹਦਾ ਮਤਲਬ ਕੀ ਹੁੰਦਾ ਗਾ, ਇੱਥੇ ਆਪਾਂ ਡਿਸਕਸ ਕਰਦੇ ਹਾਂ। ਕਿਸੇ ਅਰਥ ਵਿਵਸਥਾ ਦੇ ਪੂੰਜੀ ਸਟਾਕ ਦਾ ਉਹ ਹਿੱਸਾ ਜੋ ਵੱਖ-ਵੱਖ ਪ੍ਰਕਾਰ ਦੀਆਂ ਸੇਵਾਵਾਂ ਪ੍ਰਦਾਨ ਕਰਨ ਦੀ ਦ੍ਰਿਸ਼ਟੀ ਤੋਂ ਜ਼ਰੂਰੀ ਹੈ ਨੂੰ ਆਧਾਰਿਕ ਸੰਰਚਨਾ ਕਹਿੰਦੇ ਹਨ। ਕੀ ਹੈ, ਅਰਥ ਵਿਵਸਥਾ ਦੇ ਪੂੰਜੀ ਸਟਾਕ ਦਾ ਉਹ ਹਿੱਸਾ, ਪੂੰਜੀ ਸਟਾਕ ਆਪਾਂ ਨੇ ਪੜ੍ਹਿਆ ਸੀ ਨਾ, ਪੂੰਜੀ ਦੋ ਪ੍ਰਕਾਰ ਦੀ ਹੁੰਦੀ ਹੈ। ਤਾਂ ਪੂੰਜੀ ਜਿਹੜੀ ਹੈ ਇੱਕ ਟਾਈਪ ਜਿਹੜੀ ਸੇਵਾਵਾਂ ਨੂੰ ਪ੍ਰਦਾਨ ਕਰਦੀ ਹੈ, ਅਰਥ ਵਿਵਸਥਾ ਦਾ ਉਹ ਹਿੱਸਾ ਜੋ ਕੀ ਕਰਦਾ ਗਾ, ਵੱਖ-ਵੱਖ ਪ੍ਰਕਾਰ ਦੀਆਂ ਸੇਵਾਵਾਂ ਨੂੰ ਪ੍ਰਦਾਨ ਕਰਨ ਦੇ ਲਈ ਜ਼ਰੂਰੀ ਹੈ, ਠੀਕ ਹੈ ਜੀ। ਉਹਨੂੰ ਕੀ ਕਹਿੰਦੇ ਆ, ਇਨਫਰਾਸਟ੍ਰਕਚਰ, ਠੀਕ ਹੈ ਜੀ, ਜੋ ਕਿ ਵੱਖ-ਵੱਖ ਪ੍ਰਕਾਰ ਦੀਆਂ ਸੇਵਾਵਾਂ ਨੂੰ ਪ੍ਰਦਾਨ ਕਰਨ ਲਈ ਜ਼ਰੂਰੀ ਹੈ। ਜਦ ਵੀ ਕੋਈ ਪੁੱਛ ਲੇ ਵਾਟ ਇਜ਼ ਇਨਫਰਾਸਟ੍ਰਕਚਰ, ਤਾਂ ਜੋ ਕਿ ਅਰਥ ਵਿਵਸਥਾ ਦੇ ਪੂੰਜੀ ਸਟਾਕ ਦਾ ਉਹ ਭਾਗ ਜੋ ਕਿ ਸੇਵਾਵਾਂ ਨੂੰ ਪ੍ਰਦਾਨ ਕਰਨ ਦੇ ਲਈ ਜ਼ਰੂਰੀ ਹੈ। ਸੇਵਾਵਾਂ ਸਿਰਫ ਇੱਕ ਨਹੀਂ ਹੁੰਦੀ, ਸੇਵਾਵਾਂ ਕਈ ਟਾਈਪਸ ਦੀਆਂ ਹੋ ਸਕਦੀਆਂ ਨੇ, ਠੀਕ ਹੈ ਜੀ। ਜਿਵੇਂ ਕਿਹੜੀ ਟਾਈਪਸ ਦੀਆਂ, ਬੈਂਕਿੰਗਸ ਟਾਈਪ ਦੀਆਂ ਹੋ ਸਕਦੀਆਂ ਨੇ, ਸਿਹਤ ਨਾਲ ਰਿਲੇਟਡ ਸੇਵਾਵਾਂ ਹੋ ਸਕਦੀਆਂ ਹਨ, ਠੀਕ ਹੈ ਜੀ, ਔਰ ਸਿੱਖਿਆ ਨਾਲ ਰਿਲੇਟਡ ਸੇਵਾਵਾਂ ਹੋ ਸਕਦੀਆਂ ਨੇ, ਠੀਕ ਹੈ ਜੀ। ਸੰਖੇਪ ਮਤਲਬ ਥੋੜੇ ਸ਼ਬਦਾਂ ਦੇ ਵਿੱਚ ਆਧਾਰਿਕ ਸੰਰਚਨਾ ਤੋਂ ਭਾਵ ਉਹਨਾਂ ਸੁਵਿਧਾਵਾਂ, ਕਿਰਿਆਵਾਂ, ਸੇਵਾਵਾਂ ਤੋਂ ਹੈ ਜੋ ਹੋਰਨਾਂ ਖੇਤਰਾਂ ਦੇ ਸੰਚਾਲਨ ਅਤੇ ਵਿਕਾਸ ਵਿੱਚ ਸਹਾਇਕ ਹੁੰਦੀਆਂ ਹਨ। ਹੁਣ ਮਤਲਬ ਇਨਫਰਾਸਟ੍ਰਕਚਰ ਤਾਂ ਪਤਾ ਚੱਲ ਗਿਆ ਜੋ ਸੇਵਾਵਾਂ ਨੂੰ ਪ੍ਰਦਾਨ ਕਰਨ ਲਈ ਜ਼ਰੂਰੀ ਹੈ, ਪਰ ਇਹ ਮਤਲਬ ਇਹਦਾ ਮਤਲਬ ਕੀ ਹੈ, ਕਿਉਂ ਜ਼ਰੂਰੀ ਹੈ। ਆਧਾਰਿਕ ਸੰਰਚਨਾ ਤੋਂ ਭਾਵ, ਦੂਸਰੇ ਸ਼ਬਦਾਂ ਵਿੱਚ ਕਹਿ ਸਕਦੇ ਹਾਂ ਕਿ ਆਧਾਰਿਕ ਸੰਰਚਨਾ ਤੋਂ ਭਾਵ ਹੈ ਜਿਹੜੀ ਕਿ ਸੁਵਿਧਾਵਾਂ ਪਤਾ ਚੱਲ ਗਿਆ ਨਾ, ਜਿਵੇਂ ਬੈਂਕਿੰਗ ਸੁਵਿਧਾ ਦਿੰਦੀ ਹੈ, ਸਿਹਤ ਸੁਵਿਧਾ ਦਿੰਦੀ ਹੈ, ਠੀਕ ਹੈ ਜੀ। ਹੋਰ ਵੀ ਕਈ ਪ੍ਰਕਾਰ ਦੀਆਂ ਸੁਵਿਧਾਵਾਂ ਦਿੰਦੀ ਹੈ, ਜਿਵੇਂ ਆਯਾਤ ਨਿਰਯਾਤ ਦੇ ਲਈ ਟਰਾਂਸਪੋਰਟ ਦੀ ਸਹੂਲਤ ਦਿੰਦੀ ਹੈ, ਠੀਕ ਹੈ ਜੀ। ਕਿਰਿਆਵਾਂ ਅਤੇ ਕਿਰਿਆ ਵੀ ਕਰਦੀ ਹੈ, ਠੀਕ ਹੈ ਜੀ, ਅਤੇ ਸੇਵਾਵਾਂ ਤੋਂ ਹੈ, ਯਾਨੀ ਕਿ ਆਧਾਰਿਕ ਸੰਰਚਨਾ ਤੋਂ ਭਾਵ ਉਹਨਾਂ ਸੁਵਿਧਾਵਾਂ, ਕਿਰਿਆਵਾਂ ਅਤੇ ਸੇਵਾਵਾਂ ਤੋਂ ਹੈ ਜੋ ਹੋਰਨਾਂ ਖੇਤਰਾਂ ਦੇ ਸੰਚਾਲਨ ਮਤਲਬ ਕਿ ਜੇ ਕਹਿ ਸਕਦੇ ਹਾਂ, ਜੇ ਸੇਵਾਵਾਂ ਜ਼ਰੂਰੀ ਨੇ, ਕਿਉਂ ਸੇਵਾਵਾਂ ਜ਼ਰੂਰੀ ਨੇ ਕਿ ਜੇ ਮੰਨ ਲਓ ਕੋਈ ਆਪਾਂ ਨੂੰ ਮੰਨ ਲਓ ਐਸਾ ਬੰਦਾ ਚਾਹੀਦਾ ਹੈ ਜੋ ਕੰਪਿਊਟਰ 'ਤੇ ਕੰਮ ਕਰ ਸਕੇ, ਠੀਕ ਹੈ ਜੀ। ਤਾਂ ਉਹਨੂੰ ਕੰਪਿਊਟਰ 'ਤੇ ਕੰਮ ਕਰਨਾ ਤਦ ਹੀ ਆਊਗਾ ਜਦੋਂ ਉਹ ਪੜ੍ਹਿਆ ਲਿਖਿਆ ਹੋਊਗਾ। ਤਾਂ ਪੜ੍ਹੇ ਲਿਖੇ ਹੋਣ ਦੇ ਲਈ ਉਹਨੂੰ ਕਿਹੜੀ ਸੇਵਾ ਮਿਲਣੀ ਚਾਹੀਦੀ ਹੈ, ਸਿੱਖਿਆ ਦੀ ਸੇਵਾ ਮਿਲਣੀ ਚਾਹੀਦੀ ਹੈ। ਤਾਂ ਸਿੱਖਿਆ ਸੇਵਾ ਕੀ ਕਰੂਗੀ, ਮਦਦ ਕਰੂਗੀ ਕਿਸੇ ਕੰਪਨੀ ਦੇ ਵਿੱਚ ਕੰਪਿਊਟਰ ਚਲਾਉਣ ਵਾਲੇ ਬੰਦੇ ਦੀ, ਠੀਕ ਹੈ ਜੀ। ਇਸ ਲਈ ਕਹਿ ਸਕਦੇ ਹਾਂ ਕਿ ਇਨਫਰਾਸਟ੍ਰਕਚਰ ਮਦਦ ਕਰਦੀ ਹੈ ਦੂਸਰੇ ਖੇਤਰ ਦੇ ਵਿੱਚ ਪ੍ਰੋਡਕਸ਼ਨ ਨੂੰ ਚਲਾਉਣ ਦੇ ਲਈ, ਜਾਂ ਦੂਸਰੇ ਖੇਤਰ ਦੇ ਵਿੱਚ ਆਪਣਾ ਯੋਗਦਾਨ ਦਿੰਦੀ ਹੈ ਉਸ ਨੂੰ ਚਲਾਉਣ ਦੇ ਵਿੱਚ, ਸੰਚਾਲਨ ਮਤਲਬ ਚਲਾਉਣ ਦੇ ਲਈ, ਅਤੇ ਉਹਦੇ ਵਿਕਾਸ ਦੇ ਵਿੱਚ ਵੀ ਮਦਦ ਕਰਦੀ ਆ। ਐਵੇਂ ਕਹਿ ਸਕਦੇ ਹਾਂ। ਦੋ ਡੈਫੀਨੇਸ਼ਨ ਇੱਥੇ ਆਪਾਂ ਨੇ ਪੜ੍ਹ ਲਿਆ। ਵਾਟ ਇਜ਼ ਇਨਫਰਾਸਟ੍ਰਕਚਰ ਉਹ ਹੁੰਦੀ ਹੈ ਜੋ ਕਿ ਵੱਖ-ਵੱਖ ਪ੍ਰਕਾਰ ਦੀਆਂ ਸੇਵਾਵਾਂ ਨੂੰ ਪ੍ਰਦਾਨ ਕਰਨ ਦੇ ਲਈ ਜ਼ਰੂਰੀ ਹੈ। ਤੇ ਦੂਸਰਾ ਆਪਾਂ ਨੇ ਕੀ ਪੜ੍ਹਿਆ ਕਿ ਇਨਫਰਾਸਟ੍ਰਕਚਰ ਤੋਂ ਭਾਵ ਹੈ ਜੋ ਕੀ ਕਰਦੀ ਹੈ, ਵੱਖ-ਵੱਖ ਪ੍ਰਕਾਰ ਦੀਆਂ ਸੇਵਾਵਾਂ, ਜਿਹੜੀਆਂ ਸੁਵਿਧਾਵਾਂ, ਕਿਰਿਆਵਾਂ ਅਤੇ ਸੇਵਾਵਾਂ ਉਹ ਹੁੰਦੀ ਹੈ ਇਨਫਰਾਸਟ੍ਰਕਚਰ ਦੀ, ਜੋ ਕਿ ਦੂਸਰੇ ਖੇਤਰ ਦੇ ਵਿੱਚ ਕਿਰਿਆਵਾਂ, ਉਹਦੇ ਵਿਕਾਸ ਦੇ ਵਿੱਚ ਔਰ ਸੰਚਾਲਨ ਦੇ ਵਿੱਚ ਕੀ ਕਰਦੀ ਹੈ, ਮਦਦ ਕਰਦੀ ਹੈ, ਠੀਕ ਹੈ ਜੀ। ਉਦਾਹਰਨ ਵਜੋਂ ਯਾਤਾਯਾਤ ਦੀਆਂ ਸਹੂਲਤਾਂ ਪ੍ਰਦਾਨ ਕਰਨ ਵਾਲੀਆਂ ਸੜਕਾਂ ਜੋ ਕੀ ਕਰਦੀਆਂ ਨੇ, ਯਾਤਾਯਾਤ ਦੇ ਵਿੱਚ ਕੀ ਪ੍ਰਦਾਨ ਕਰਦੀਆਂ ਨੇ, ਸਹੂਲਤਾਂ ਪ੍ਰਦਾਨ ਕਰਦੀਆਂ ਨੇ। ਕਿਹੜੀਆਂ ਹੁੰਦੀਆਂ ਨੇ, ਜਿਵੇਂ ਬੱਸਾਂ, ਰੇਲਾਂ, ਸਿਹਤ ਸੇਵਾਵਾਂ ਦੇ ਵਿੱਚ ਸੰਸਥਾਵਾਂ ਜਿਵੇਂ ਕਿ ਹਸਪਤਾਲ, ਸਿੰਚਾਈ ਦੀਆਂ ਸਹੂਲਤਾਂ ਦੇਣ ਵਾਲੀਆਂ ਨਹਿਰਾਂ, ਖੂਹ ਆਦਿ ਪੂੰਜੀ ਸਟਾਕ ਆਧਾਰਿਕ ਸੰਰਚਨਾ ਕਹਿਲਾਉਂਦੀਆਂ ਹਨ। ਹੁਣ ਇਨਫਰਾਸਟ੍ਰਕਚਰ ਦੇ ਵਿੱਚ ਕਿਹੜੀਆਂ ਸੇਵਾਵਾਂ ਆ ਜਾਂਦੀਆਂ ਨੇ, ਇਹ ਸਾਰੀਆਂ ਸੇਵਾਵਾਂ ਆ ਜਾਂਦੀਆਂ ਨੇ, ਜਿਵੇਂ ਹਸਪਤਾਲ, ਸਿਹਤ ਦੀਆਂ ਸੇਵਾਵਾਂ, ਸਿੱਖਿਆ ਦੀਆਂ ਸੇਵਾਵਾਂ, ਸਿੰਚਾਈ ਦੀਆਂ ਸੇਵਾਵਾਂ, ਇਹ ਸਾਰੀਆਂ ਕੀ ਕਹਾਉਂਦੀਆਂ ਨੇ, ਇਨਫਰਾਸਟ੍ਰਕਚਰ ਕਹਾਉਂਦੀਆਂ ਨੇ, ਠੀਕ ਹੈ ਜੀ। ਇਨਫਰਾਸਟ੍ਰਕਚਰ ਦੀ ਉਦਾਹਰਨ ਦੇ ਵਿੱਚ ਕਿਹੜੇ ਨੇ, ਹਸਪਤਾਲ, ਸਿੰਚਾਈ ਦੀਆਂ ਸਹੂਲਤਾਂ ਦੇਣ ਵਾਲੀਆਂ ਨਹਿਰਾਂ, ਖੂਹ, ਪੂੰਜੀ ਸਟਾਕ ਆਧਾਰਿਤ ਸੰਰਚਨਾਵਾਂ ਕੀ ਕਹਾਉਂਦੀਆਂ ਨੇ, ਇਨਫਰਾਸਟ੍ਰਕਚਰ, ਠੀਕ ਹੈ ਜੀ। ਇਹੀ ਜਿਹੜੀਆਂ ਇਨਫਰਾਸਟ੍ਰਕਚਰ ਨੇ ਇਹ ਕੀ ਕਰਨਗੀਆਂ, ਦੂਸਰੇ ਸੈਕਟਰ ਦੇ ਵਿੱਚ, ਉਹ ਦੂਸਰੇ ਸੈਕਟਰ ਨੂੰ ਚਲਾਉਣ ਦੇ ਵਿੱਚ ਔਰ ਉਹਦੇ ਵਿਕਾਸ ਦੇ ਵਿੱਚ ਕੀ ਕਰਨਗੀਆਂ, ਆਪਣਾ ਇੱਕ ਰੋਲ ਅਦਾ ਕਰਨਗੀਆਂ, ਠੀਕ ਹੈ ਜੀ। ਆਧਾਰਿਕ ਸੰਰਚਨਾ ਦਾ ਮਹੱਤਵ, ਇੰਪੋਰਟੈਂਸ ਕੀ ਆ। ਹੁਣ ਇੰਪੋਰਟੈਂਸ ਆਪਾਂ ਨੇ ਇਹਦੇ ਡੈਫੀਨੇਸ਼ਨ ਤੋਂ ਹੀ ਕਲੀਅਰ ਹੋ ਜਾਂਦਾ ਗਾ ਕਿ ਕੀ ਕਰਦੀ ਹੈ, ਦੂਸਰੇ ਸੈਕਟਰ ਨੂੰ ਚਲਾਉਣ ਅਤੇ ਵਿਕਾਸ ਕਰਨ ਦੇ ਵਿੱਚ ਮਦਦ ਕਰਦੀ ਆ, ਠੀਕ ਹੈ ਜੀ। ਹਰੇਕ ਦੇਸ਼ ਦੇ ਵਿਕਾਸ ਲਈ ਆਧਾਰਿਕ ਸੰਰਚਨਾ ਜਿਵੇਂ ਬਿਜਲੀ, ਯਾਤਾਯਾਤ ਅਤੇ ਸੰਚਾਰ ਦੇ ਸਾਧਨਾਂ ਆਦਿ ਦਾ ਬਹੁਤ ਅਧਿਕ ਮਹੱਤਵ ਹੁੰਦਾ ਗਾ। ਹੁਣ ਦੇਖ ਲਓ,
ਜੇ ਮੰਨ ਲਓ ਸਿਹਤ ਸੇਵਾਵਾਂ ਨਾ ਸਹੀ ਚੱਜ ਦੀਆਂ ਹੋਣ ਔਰ ਸਿੰਜਾਈ ਦੀ ਸਹੂਲਤ ਨਾ ਵਧੀਆ ਚੱਜ ਦੀ ਹੋਵੇ, ਹਸਪਤਾਲ ਵਗੈਰਾ ਸਹੀ ਢੰਗ ਦੇ ਨਾ ਹੋਣ, ਯਾਨੀ ਇਨਫਰਾਸਟ੍ਰਕਚਰ ਸਹੀ ਢੰਗ ਦੇ ਨਾ ਹੋਵੇ, ਕਹਿਣ ਦਾ ਮਤਲਬ ਇਹ ਹੈ, ਤਾਂ ਦੱਸੋ ਉਹ ਦੇਸ਼ ਦਾ ਵਿਕਾਸ ਹੋ ਪਾਊਗਾ ਵਧੀਆ ਨਾਲ? ਨਹੀਂ ਹੋ ਪਾਊਗਾ। ਇਸ ਲਈ ਕਿਸੇ ਵੀ ਦੇਸ਼ ਦੇ ਵਿਕਾਸ ਲਈ ਜ਼ਰੂਰੀ ਆ ਕਿ ਜਿੰਨੇ ਵੀ ਇਨਫਰਾਸਟ੍ਰਕਚਰ ਨੇ ਉਹ ਵਧੀਆ ਤੇ ਸਹੀ ਹੋਣ। ਠੀਕ ਹੈ ਜੀ, ਇਹਨਾਂ ਦਾ ਮਹੱਤਵ ਬਹੁਤ ਹੁੰਦਾ ਕਿਸੇ ਵੀ ਦੇਸ਼ ਦੇ ਵਿਕਾਸ ਦੇ ਵਿੱਚ। ਠੀਕ ਹੈ ਜੀ, ਇਹ ਆਧਾਰਿਕ ਵਿਕਾਸ ਦੀ ਆਰਥਿਕ ਵਿਕਾਸ ਦੀ ਆਰੰਭਿਕ ਦਿਸ਼ਾ ਹੈ। ਆਰਥਿਕ ਵਿਕਾਸ ਕੀ ਹੁੰਦਾਗਾ? ਜੋ ਵੀ ਆਪਣੀ ਅਰਥ ਵਿਵਸਥਾ ਜਿਹੜੀ ਹੈਗੀ ਹੈ ਉਹਦਾ ਆਰੰਭ ਦਾ ਦਿਸ਼ਾ ਕੀ ਕਰਦੀ ਹੁੰਦੀ ਹੈ? ਆਧਾਰਿਕ ਸੰਰਚਨਾ ਹੀ ਹੁੰਦੀ ਹੈ। ਇਹਨਾਂ ਦਾ ਉਚਿਤ ਮਾਤਰਾ ਵਿੱਚ ਹੋਣਾ ਵਿਕਾਸ ਦਾ ਆਧਾਰ ਹੈ ਤੇ ਇਹਨਾਂ ਦਾ ਥੋੜੀ ਮਾਤਰਾ ਵਿੱਚ ਹੋਣਾ ਆਰਥਿਕ ਵਿਕਾਸ ਦੇ ਵਿੱਚ ਸਭ ਤੋਂ ਵੱਡੀ ਰੁਕਾਵਟ ਹੈ। ਠੀਕ ਹੈ, ਆਪਾਂ ਕਹਿ ਸਕਦੇ ਅਗਰ ਕਿਸੇ ਦੇਸ਼ ਦੇ ਵਿੱਚ ਆਰਥਿਕ ਵਿਕਾਸ ਆਪਾਂ ਨੇ ਦੇਖਣਾ ਚਾਹੁੰਦੇ ਆ ਤਾਂ ਸਭ ਤੋਂ ਪਹਿਲਾਂ ਆਪਾਂ ਦੇਖਾਂਗੇ ਉੱਥੇ ਇਨਫਰਾਸਟ੍ਰਕਚਰ ਕਿਹੋ ਜਿਹੀ ਹੈ, ਵਧੀਆ ਆ ਕਿ ਨਹੀਂ ਹੈਗੀ, ਜਾਂ ਉੱਥੇ ਸੁੱਖ ਸਹੂਲਤ ਜਿਹੜੀ ਹੈਗੀ ਹੈ, ਸੇਵਾਵਾਂ ਨੇ ਲੋਕਾਂ ਨੂੰ ਸਹੀ ਚੱਜ ਨਾਲ ਨਹੀਂ ਮਿਲਦੀਆਂ। ਠੀਕ ਹੈ, ਤਾਂ ਆਪਾਂ ਇਸ ਹਿਸਾਬ ਨਾਲ ਪਤਾ ਕਰ ਸਕਦੇ ਹਾਂ। ਠੀਕ ਹੈ ਜੀ, ਤੇ ਨੈਕਸਟ ਕੀ ਆ? ਹਰੇਕ ਅਲਪ ਵਿਕਸਿਤ ਦੇਸ਼ ਵਿੱਚ, ਅਲਪ ਵਿਕਸਿਤ ਜਿਹੜਾ ਕਿ ਥੋੜਾ ਜਿਹਾ ਵਿਕਸਿਤ ਹੈ, ਹਲੇ ਵੀ ਕੀ ਕਰ ਰਿਹਾ? ਤਰੱਕੀ ਕਰਨ ਦੇ ਲਈ ਉਪਾਅ ਕਰ ਰਿਹਾ ਆ, ਯਾਨੀ ਹਲੇ ਵਿਕਸਿਤ ਹੋਣ ਦੇ ਲਈ ਹਲੇ ਥੋੜਾ ਸਮਾਂ ਹੈਗਾ ਆ, ਉਹਨੂੰ ਥੋੜਾ ਹੋਰ ਤਰੱਕੀ ਕਰਨਾ ਪਊਗਾ ਵਿਕਸਿਤ ਹੋਣ ਦੇ ਲਈ। ਠੀਕ ਹੈ ਜੀ, ਦੇਸ਼ ਵਿੱਚ ਉਦਯੋਗਾਂ, ਹਰੇਕ ਅਲਪ ਵਿਕਸਿਤ ਦੇਸ਼ ਦੇ ਵਿੱਚ ਉਦਯੋਗਾਂ ਅਤੇ ਖੇਤੀਬਾੜੀ ਦੇ ਵਿਕਾਸ ਲਈ ਆਰਥਿਕ ਆਧਾਰਿਕ ਸੰਰਚਨਾ ਕਾਫੀ ਮਾਤਰਾ ਦੇ ਵਿੱਚ ਉਪਲਬਧ ਹੋਣ ਦੀ ਲੋੜ ਹੈ। ਜੇ ਆਪਾਂ ਚਾਹੁੰਦੇ ਹਾਂ ਕਿ ਅਲਪ ਵਿਕਸਿਤ ਦੇਸ਼ ਕਿਹੜਾ ਆ? ਅਲਪ ਵਿਕਸਿਤ ਦੇਸ਼ ਉਹ ਦੇਸ਼ ਹੈ ਜਿੱਥੇ ਕਿ ਉਦਯੋਗ ਔਰ ਖੇਤੀਬਾੜੀ ਜਿਹੜੀ ਹੈ ਪੂਰੀ ਤਰ੍ਹਾਂ ਨਾਲ ਵਿਕਾਸ ਦੇ ਉੱਤੇ ਨਹੀਂ ਪਹੁੰਚੀ, ਯਾਨੀ ਉਹਨੇ ਹਲੇ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੋਈ। ਇਸ ਲਈ ਜੇ ਆਪਾਂ ਚਾਹੁੰਦੇ ਹਾਂ ਕਿ ਅਲਪ ਵਿਕਸਿਤ ਦੇਸ਼ਾਂ ਦੇ ਵਿੱਚ ਵਿਕਾਸ ਹੋਵੇ ਤਾਂ ਉੱਥੇ ਜ਼ਰੂਰੀ ਆ ਕਿ ਜਿੰਨੇ ਵੀ ਖੇਤੀਬਾੜੀ ਦੇ ਲਈ ਔਰ ਉਦਯੋਗਾਂ ਦੇ ਲਈ ਆਧਾਰਿਕ ਸੰਰਚਨਾ ਦੀ ਜ਼ਰੂਰਤ ਹੈ, ਉਹਨਾਂ ਦਾ ਕੀ ਹੋਵੇ? ਵੱਧ ਤੋਂ ਵੱਧ ਉਪਲਬਧ ਹੋਣ ਉੱਥੇ ਮਾਤਰਾ ਦੇ ਵਿੱਚ। ਆਧਾਰਿਕ ਸੰਰਚਨਾ ਦੀ ਕਮੀ ਕਾਰਨ ਉਦਯੋਗਾਂ ਤੇ ਖੇਤੀਬਾੜੀ ਦਾ ਖੇਤਰ ਦੇ ਵਿਕਾਸ ਵਿੱਚ ਰੁਕਾਵਟਾਂ ਪੈਦਾ ਹੋ ਸਕਦੀਆਂ ਨੇ। ਜੇ ਮੰਨ ਲਓ ਉਸ ਦੇਸ਼ ਦਾ ਆਰਥਿਕ ਆਧਾਰਿਕ ਇਨਫਰਾਸਟ੍ਰਕਚਰ ਕੀ ਹੈ, ਨਹੀਂ ਹੈਗੀ, ਉੱਥੇ ਵਿਕਾਸ ਹੀ ਨਹੀਂ ਹੋਇਆ, ਤਾਂ ਕੀ ਹੋਊਗਾ? ਉਸ ਖੇਤਰ ਦਾ ਵਿਕਾਸ ਦੇ ਵਿੱਚ ਕੀ ਹੋਊਗੀ? ਪ੍ਰੋਬਲਮ ਆਊਗੀ ਅਤੇ ਉਹਨਾਂ ਦੀ ਵਿਕਾਸ ਦਰ ਘੱਟ ਹੋ ਜੂਗੀ ਤੇ ਉਹਨਾਂ ਦੀ ਜੋ ਗਰੋਥ ਰੇਟ ਹੈ ਉਹ ਕੀ ਹੋ ਜੂ? ਘੱਟ ਹੋ ਜੂਗੀ। ਉਦਾਹਰਨ ਵਜੋਂ ਅਸੀਂ ਹਰ ਰੋਜ਼ ਇਹ ਮਹਿਸੂਸ ਕਰਦੇ ਹਾਂ ਕਿ ਬਿਜਲੀ ਦੀ ਕਮੀ ਹੋਣ ਕਾਰਨ ਉਦਯੋਗਾਂ ਅਤੇ ਖੇਤੀਬਾੜੀ ਨੂੰ ਹਾਨੀ ਉਠਾਉਣੀ ਪੈਂਦੀ ਹੈ। ਜੇ ਮੰਨ ਲਓ ਉੱਥੋਂ ਦੀ ਬਿਜਲੀ ਸਹੂਲਤ ਜਿਹੜੀ ਹੈ ਉੱਥੋਂ ਦੀ ਚੱਜ ਦੀ ਨਹੀਂ ਹੈਗੀ, ਕਦੇ ਲਾਈਟ ਆਉਂਦੀ ਹੈ ਕਿਤੇ ਜਾਂਦੀ ਆ, ਤਾਂ ਜਿਹੜੀਆਂ ਮਸ਼ੀਨਾਂ ਬਿਜਲੀ ਨਾਲ ਚੱਲਣ ਵਾਲੀਆਂ ਨੇ ਉਹ ਪ੍ਰੋਪਰਲੀ ਕੰਮ ਨਹੀਂ ਕਰ ਪਾਉਣਗੀਆਂ, ਤੇ ਜੋ ਮਸ਼ੀਨਾਂ ਨਾਲ ਕੰਮ ਕਰਦੇ ਨੇ ਵਿਅਕਤੀ ਉਹ ਵੀ ਨਹੀਂ ਕੰਮ ਕਰ ਪਾਉਣਗੇ, ਤਾਂ ਕੀ ਹੋਊਗੀ? ਉੱਥੋਂ ਦਾ ਪ੍ਰੋਡਕਸ਼ਨ ਕੀ ਹੋ ਜਾਊਗਾ? ਘਟ ਜਾਊਗਾ। ਤਾਂ ਉਹਦੇ ਨਾਲ ਕੀ ਹੋਊਗਾ? ਲੋਕਾਂ ਦੀ ਇਨਕਮ ਵੀ ਘਟੂਗੀ। ਤਾਂ ਕਹਿਣ ਦਾ ਭਾਵ ਇਹ ਹੈ ਕਿ ਜੇਕਰ ਬਿਜਲੀ ਦੀ ਸਹੂਲਤ ਨਹੀਂ ਮਿਲੂਗੀ ਤਾਂ ਕੀ ਹੋਊਗਾ? ਉਦਯੋਗਾਂ ਦੇ ਵਿੱਚ ਜਿੰਨੇ ਵੀ ਪ੍ਰੋਡਕਸ਼ਨ ਨੇ ਉਹ ਵੀ ਨਹੀਂ ਹੋਣਗੇ ਵਧੀਆ ਤਰੀਕੇ ਨਾਲ। ਠੀਕ ਹੈ ਜੀ, ਇਸੇ ਤਰ੍ਹਾਂ ਦੀ ਜੇਕਰ ਯਾਤਾਯਾਤ ਦੇ, ਇਹ ਤਾਂ ਸੀਗੀ ਬਿਜਲੀ ਉਦਾਹਰਨ, ਜੇ ਮੰਨ ਲਓ ਉੱਥੋਂ ਦੀ ਯਾਤਾਯਾਤ ਦੇ ਸਾਧਨ ਨਹੀਂ ਵਿਕਸਿਤ ਹੈਗੇ, ਪ੍ਰੋਪਰਲੀ ਲੋਕਾਂ ਨੂੰ ਮਿਲ ਨਹੀਂ ਰਹੀ, ਤਾਂ ਆਪਣਾ ਸਮਾਨ ਇੱਕ ਥਾਂ ਤੋਂ ਦੂਜੇ ਥਾਂ ਤੱਕ ਲੈ ਕੇ ਜਾਣ ਦੇ ਵਿੱਚ ਕਿੰਨੀ ਪ੍ਰੋਬਲਮ ਆਊਗੀ? ਉਹ ਕਿਸੇ ਵੀ ਸਮਾਨ ਦੀ ਵਿਕਰੀ ਕਿਵੇਂ ਕਰਨਗੇ? ਠੀਕ ਹੈ ਜੀ, ਇਹ ਪ੍ਰੋਬਲਮ ਆ ਸਕਦੀ ਹੈ ਆਪਾਂ ਨੂੰ। ਤੇ ਉਤਪਾਦਨ, ਜਿੰਨੇ ਵੀ ਉਤਪਾਦਨ ਖੇਤਰ ਨੇ ਉਹ ਆਪਣਾ ਮਾਲ ਵੇਚਣ ਦੇ ਲਈ ਬਾਜ਼ਾਰ ਦੇ ਵਿੱਚ ਉਹਨਾਂ ਨੂੰ ਲੈ ਕੇ ਜਾਣਾ ਪੈਂਦਾ ਗਾ, ਔਰ ਜੇਕਰ ਰਸਤੇ ਹੀ ਟੁੱਟੇ ਭੱਜੇ ਹੋਣਗੇ ਤਾਂ ਉਹਨਾਂ ਦਾ ਜਿਹੜਾ ਸਮਾਨ ਮੰਨ ਲਓ ਕੋਈ ਟੁੱਟਣ ਵਾਲਾ ਹੋਊਗਾ ਤਾਂ ਰਸਤੇ 'ਚ ਹੀ ਟੁੱਟ ਜੂਗਾ। ਇਸ ਲਈ ਕੀ ਆ? ਵਧੀਆ ਪ੍ਰੋਪਰਲੀ ਉੱਥੋਂ ਦਾ ਯਾਤਾਯਾਤ ਦਾ ਸਾਧਨ ਵਿਕਸਿਤ ਹੋਣਾ ਚਾਹੀਦਾ, ਸੜਕਾਂ ਵੀ ਵਧੀਆ ਹੋਣੀ ਚਾਹੀਦੀਆਂ ਨੇ। ਠੀਕ ਹੈ, ਤਾਂ ਹੀ ਆਪਾਂ ਕਵਾਂਗੇ ਕਿ ਉਸ ਦੇਸ਼ ਦਾ ਵਿਕਾਸ ਹੋ ਸਕਦਾ ਆ। ਵਿਸ਼ਵ ਵਿਆਪਕ ਰਿਪੋਰਟ, ਵਿਸ਼ਵ ਵਿਕਾਸ ਰਿਪੋਰਟ ਮਤਲਬ ਵਿਸ਼ਵ ਦਾ ਵਿਕਾਸ ਰਿਪੋਰਟ ਜਿਹੜਾ ਹੈਗਾ, ਵਿਕਾਸ ਰਿਪੋਰਟ ਗਰੋਥ ਰਿਪੋਰਟ ਕੱਢਿਆ, ਜਿਵੇਂ ਆਪਣਾ ਹੁੰਦਾ ਨਾ ਰਿਜ਼ਲਟ ਨਿਕਲਦਾ ਹੁੰਦਾ, ਉਵੇਂ ਵਿਸ਼ਵ ਦਾ ਇੱਕ ਰਿਪੋਰਟ ਹੈ 1994 ਦੇ ਵਿੱਚ ਦੇਖਿਆ ਗਿਆ ਜਦੋਂ ਇਹਦਾ ਰਿਪੋਰਟ ਵਿਸ਼ਵ ਦੇ ਵਿਕਾਸ ਦਾ ਰਿਪੋਰਟ, ਤਾਂ ਇਨਫਰਾਸਟ੍ਰਕਚਰ ਦੀ ਉਚਿਤ ਉਪਲਬਧੀ, ਉਤਪਾਦਨ ਦੇ ਵਿਵਿਧੀਕਰਨ, ਵਪਾਰ ਵਿੱਚ ਵਿਸਥਾਰ, ਜਨਸੰਖਿਆ ਵਾਧੇ ਕਾਰਨ ਉਤਪੰਨ ਸਮੱਸਿਆ ਦੇ ਉਪਾਅ, ਗਰੀਬੀ ਘੱਟ ਕਰਨ ਅਤੇ ਵਾਤਾਵਰਣ ਵਿੱਚ ਸੁਧਾਰ ਕਰਨ ਵਿੱਚ ਇੱਕ ਦੇਸ਼ ਦੀ ਸਫਲਤਾ ਅਤੇ ਦੂਜੇ ਦੇਸ਼ ਦੀ ਅਸਫਲਤਾ ਨਿਰਧਾਰਤ ਕਰਨ ਵਿੱਚ ਸਹਾਇਕ ਹੁੰਦੀ ਹੈ। ਤਾਂ ਉਹਦੇ ਵਿੱਚ ਆਪਾਂ ਨੇ ਦੇਖਿਆ ਕਿ ਜਿਹੜੀ ਇਨਫਰਾਸਟ੍ਰਕਚਰ ਹੈ ਇਹਦਾ ਅਗਰ ਜੇ ਆਪਾਂ ਉਚਿਤ ਉਪਲਬਧ ਹੈਗੀ ਆ ਤਾਂ ਕੀ ਹੋਊਗਾ? ਵਪਾਰ ਦਾ ਵਿਸਥਾਰ ਹੋਊਗਾ। ਠੀਕ ਹੈ ਜੀ, ਔਰ ਵਿਵਿਧੀਕਰਨ ਮਤਲਬ ਜੋ ਉਤਪਾਦਨ ਦੇ ਵਿੱਚ ਜੋ ਨੇ ਗਰੋਥ ਹੈ ਉਤਪਾਦਨ ਦੇ ਵਿੱਚ ਔਰ ਇੰਡਸਟਰੀ ਨੂੰ ਵਧਾਉਣ ਦੇ ਵਿੱਚ, ਉਹਦੇ
ਵਿਕਾਸ ਦੇ ਲਈ, ਠੀਕ ਹੈ ਜੀ, ਜਨਸੰਖਿਆ ਦੇ ਵਾਧੇ ਕਰਨ ਵਿੱਚ ਜਿਹੜੀ ਵੀ ਜਨਸੰਖਿਆ ਨੂੰ ਜਨਸੰਖਿਆ ਜਿਹੜੀ ਵੱਧ ਰਹੀ ਹੈ, ਇਹਦੇ ਨਾਲ ਜਿਹੜੀ ਪ੍ਰੋਬਲਮ ਕ੍ਰੀਏਟ ਹੋ ਰਹੀਆਂ ਨੇ ਉਹਨੂੰ ਸੁਲਝਾਉਣ ਦੇ ਵਿੱਚ ਔਰ ਗਰੀਬੀ ਨੂੰ ਘੱਟ ਕਰਨ ਦੇ ਵਿੱਚ, ਵਾਤਾਵਰਨ ਨੂੰ ਸੁਰੱਖਿਅਤ ਰੱਖਣ ਦੇ ਵਿੱਚ ਜਿਹੜੀ ਹੈਗੀ ਆ ਇਨਫਰਾਸਟ੍ਰਕਚਰ ਕੀ ਹੋਈ ਆ, ਕਾਫੀ ਹੱਦ ਤੱਕ ਕੀ ਹੋਈ ਹੈ, ਹੈਲਪਫੁਲ ਹੋਈ ਹੈ, ਠੀਕ ਹੈ ਜੀ। ਗਰੋਥ ਰੇਟ ਦੇ ਰਿਪੋਰਟ ਦੇ ਤੋਂ ਪਤਾ ਚੱਲਿਆ ਆਪਾਂ ਨੂੰ, ਗਰੋਥ ਰਿਪੋਰਟ ਤੋਂ ਆਪਾਂ ਨੂੰ ਪਤਾ ਚੱਲਿਆ ਕਿ ਇਨਫਰਾਸਟ੍ਰਕਚਰ ਕੀ ਕਰਦੀ ਹੈ, ਇਹ ਸਾਰੀ ਪ੍ਰੋਬਲਮ ਨੂੰ ਹੱਲ ਕਰਨ ਦੇ ਵਿੱਚ ਮਦਦ ਕਰਦੀ ਹੈ, ਠੀਕ ਹੈ ਜੀ। ਚੰਗੀ ਆਧਾਰਿਕ ਸੰਰਚਨਾ ਉਤਪਾਦਨ ਨੂੰ ਵਧਾਉਂਦੀ ਹੈ, ठीक है जी। इत्थों ही अपन पा लिया कि चंगी जी मान लो बिजली सही मिलूगी तो की होगा, प्रोडक्शन होगा। अगर जे मान लो यातायात के साधन मिलणगे तो जल्दी जल्दी समान मार्केट दे विच विकण नहीं जाऊगा तैयार हो के, ठीक है जी। उत्पादन लागत नूं घटे ते इहदे नाल की होऊगा, जे मान लो जिहड़ी यातायात के साधन वधिया ने, सड़कां सही ने, तां की होऊगा, उन्हां दा कीमत भी घट जाऊगी, वस्तुआं उत्पादन लागत भी घट जाऊगी, ठीक है जी। उत्पादन लागत जो वस्तुआं नूं बनाउण दे विच जो खर्च हुंदा गा, वस्तुआं नूं बनाउण दे विच जो खर्चा आंदा गा उहनूं आपां उत्पादन लागत कहने आ, ठीक है जी। लागत मतलब की कीमत। पर इस दा विकास तेजी गति नाल अते होरनां खेतरां दे विकास तो पहला कीता जाना चाहिदा है, ठीक है। जे आपां चाहुंदे किसी देश का विकास होए तो सब तो पहला आपां नूं किहदे उत्ते ध्यान केंद्रित करना पैना चाहिदा गा, इंफ्रास्ट्रक्चर दे विकास दे विच। विश्व बैंक दे अनुसार विकास अते आधारिक संरचना दा प्रथक अते अनुपातक संबंध है, भाव आधारिक संरचना विच एक प्रतिशत वाधा होना। हुण जो अपना विश्व बैंक है, विश्व बैंक केड़ा है, भारतीय रिजर्व बैंक, ठीक है जी, RBI, ये अपना की है नैशनल बैंक है, विश्व बैंक है, सॉरी, ठीक है जी। और की कहते ने विश्व बैंक दे अनुसार जड़ा विकास और आधारिक संरचना दा विकास, जे आप चाहते हैं कि ग्रोथ होवे तो उहदे लिए इंफ्रास्ट्रक्चर वधिया होनी चाहिए है, पहला जो आप डिस्कस कर चुके हैं। तो वही कहते हैं कि विकास और अधिक आधारिक संरचना यानी इंफ्रास्ट्रक्चर दा दोनों दा ना इक्को जिहा संबंध है, ये दोने इक्को जिहे काम करनगे। कहने का भाव यह है कि दोने इकट्ठे काम करने चाहिए ने जे आपां विकास करना है। जे आपां विकास चाहुंदे आ तां इहदा विकास होना जरूरी है। इस करके कह सकते हैं कि विकास और आधारिक संरचना का की है संबंध, किहो जिहा है, प्रथक डायरैक्ट संबंध है ये दोनों का, ते अनुपातक संबंध है। जिन्नी मात्रा दे विच ये वधूगी उन्नी मात्रा दे विच विकास होऊगा, जिन्नी मात्रा दे विच इहदा घट विकास होगा उन्नी मात्रा दे विच घट विकास होगा, ठीक है। तो यानी कि ये दोने की ने डायरैक्टली काम करते हैं और अनुपात प्रोपोर्शनली भी संबंध है ये दोनों दे विच। भाव आधारिक संरचना विच 1% वाधा होण नाल उत्पादन विच 1% वाधा होवेगा। वही जिहड़ा मैं कहा, जे मान लो उत्पादन दे विच आपां 1% वाधा करदे आ तां की होऊगा, आधारिक संरचना दे विच मान लो 1% वाधा हुंदा गा, यानी कि इहदे इंफ्रास्ट्रक्चर दे विकास दे विच 1% वाधा हुंदा गा, तां प्रोडक्शन दे विच भी 1% वाधा होऊगा, तां प्रोडक्शन दे विच 1% वाधा होऊगा तां विकास विच भी तो 1% वाधा होऊगा, ठीक है जी। कुछ अर्थशास्त्री हैं जिवें कि नरकसे हिर्शमैन, ठीक है, इस जड़े सीगे कुछ अर्थशास्त्री दे नाम इन्हां ने दिते गए ने, नरकसे और हिर्शमैन जड़े सीगे आर्थिक आधारिक संरचना नूं समाजिक उपरी लागत भी कहते हैं। कुछ अधिकारी अर्थशास्त्री जड़े हैगे ने वो की कहते हैं इंफ्रास्ट्रक्चर नूं की कहते हैं समाजिक उपरी लागत। इसलिए आपां कहने इंफ्रास्ट्रक्चर नूं होर की कह सकते हैं आपां, सोशल ओवरहेड कोस्ट, समाजिक उपरी लागत इंफ्रास्ट्रक्चर नूं कहते हैं, ठीक है जी। अज दे वीडियो विच इन्ने ही ने, तो फिर वीडियो बहुत लंबी हो जाएगी, तो अगे आपां कल पढ़ांगे। तो थोड़ा जो वीडियो नहीं समझ आऊगी तो तुम मेरे तो पूछ सकते हो। आई होप थोड़ा सब कुछ समझ आ गया होगा। थैंक यू फॉर वॉचिंग माई वीडियो। थैंक यू।